ਤੁਸੀਂ ਸੁਣ ਰਹੇ ਹੋ ਕਿਤਾਬ ਸੱਚ ਦੀ ਭਾਲ ਵਿੱਚ, ਜਿਸ ਦੇ ਲੇਖਕ ਹਨ ਡਾਕਟਰ ਦਲਜੀਤ ਸਿੰਘ। 10ਵੇਂ ਭਾਗ ਵਿੱਚ ਸੁਣੋ ਸੱਚ ਕੀ ਬੇਲਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਧ ਦਸੰਬਰ 2009 ਵਿੱਚ ਕੋਪਨਹੈਗਨ ਡੈਨਮਾਰਕ ਵਿੱਚ ਖੂਬ ਰੌਣਕਾਂ ਸਨ। ਕੁੱਲ ਦੁਨੀਆ ਤੋਂ ਕਰੀਬ 40,000 ਲੋਕਾਂ ਨੂੰ ਖੌਫਨਾਕ ਮੌਸਮ ਬਦਲੀ ਬਾਰੇ ਕਾਨਫਰੰਸ ਉੱਤੇ ਬੁਲਾਇਆ ਗਿਆ ਸੀ। ਸਭ ਦੇਸ਼ਾਂ ਦੇ ਮੁਖੀ ਇਸ ਵਿਸ਼ੇ ਉੱਤੇ ਗੋਸ਼ਟੀ ਲਈ ਹਾਜ਼ਰ ਹੋਏ ਅਤੇ ਭੂਗੋਲਿਕ ਗਰਮੀ ਦੇ ਵਿਸ਼ੇ ਉੱਤੇ ਲੰਮੀਆਂ ਚੌੜੀਆਂ ਤਕਰੀਰਾਂ ਕੀਤੀਆਂ। ਇਨ੍ਹਾਂ ਵਿੱਚੋਂ ਇੱਕ ਤਕਰੀਰ ਈਵੋ ਮੋਰੇਲ ਦੀ ਸੀ, ਜੋ ਦੱਖਣੀ ਅਮਰੀਕਾ ਦੇ ਇੱਕ ਗਰੀਬ ਦੇਸ਼ ਬੋਲੀਵੀਆ ਦਾ ਪ੍ਰਧਾਨ ਹੈ। 1980 ਈਸਵੀ ਵਿੱਚ ਬੋਲੀਵੀਆ ਤੋਂ ਇੱਕ ਅੱਖਾਂ ਦਾ ਡਾਕਟਰ ਓਲਮੋਸ ਮੇਰੇ ਪਾਸ 1 ਮਹੀਨਾ ਰਿਹਾ ਸੀ। ਉਹ ਆਪਣੇ ਦੇਸ਼ ਦੀ ਤੈਰਾਕੀ ਦੀ ਓਲੰਪਿਕ ਟੀਮ ਦਾ ਵੀ ਖਿਡਾਰੀ ਸੀ। ਉਸਨੇ ਮੈਨੂੰ ਦੱਸਿਆ ਕਿ ਬੋਲੀਵੀਆ ਭਾਰਤ ਨਾਲੋਂ ਅੱਧੇ ਰਕਬੇ ਵਾਲਾ ਬੇਅੰਤ ਧਾਤਾਂ ਅਤੇ ਗੈਸ ਨਾਲ ਮਾਲਾ ਮਾਲ ਕੁੱਲੀਆਂ ਦਾ ਦੇਸ਼ ਹੈ। ਆਬਾਦੀ 50 ਲੱਖ ਦੇ ਕਰੀਬ ਹੈ ਅਤੇ ਲੋਕ ਮਜ਼ਦੂਰੀ ਕੁੱਲੀ ਹਨ, ਜਿਹੜੇ ਅਮਰੀਕੀ ਕੰਪਨੀਆਂ ਲਈ ਕੰਮ ਕਰਦੇ ਹਨ। ਪੜ੍ਹਾਈ ਅਤੇ ਸਿਹਤ ਸੇਵਾਵਾਂ ਨਾ ਜਿੰਨੀਆਂ ਹਨ। ਬੋਲੀਵੀਆ ਅੰਦਰ ਕੋਈ ਮਸ਼ੀਨਰੀ ਨਹੀਂ ਆਉਣ ਦਿੱਤੀ ਜਾਂਦੀ। ਕੁੱਲ ਦਵਾਈਆਂ, ਐਨਕਾਂ ਆਦਿ ਮਹਿੰਗੇ ਭਾਅ ਅਮਰੀਕਾ ਤੋਂ ਆਉਂਦੀਆਂ ਹਨ, ਜੋ ਕੇਵਲ ਉੱਪਰਲਿਆਂ ਤੱਕ ਹੀ ਪਹੁੰਚਦੀਆਂ ਹਨ। 150 ਸਾਲ ਤੋਂ ਦੇਸ਼ ਉੱਤੇ ਕੰਪਨੀਆਂ ਦਾ ਰਾਜ ਹੈ। ਈਸਟ ਇੰਡੀਆ ਕੰਪਨੀ ਭਾਰਤ ਵਿੱਚ ਹੋਇਆ ਕਰਦੀ ਸੀ ਅਤੇ ਸਦਾ ਹੀ ਗੋਰੇ ਪ੍ਰਧਾਨ ਰਹੇ ਹਨ। ਕਹਿਣ ਨੂੰ ਆਜ਼ਾਦ ਦੇਸ਼ ਹੈ। ਕੁਝ ਸਾਲ ਪਹਿਲਾਂ ਚੋਣਾਂ ਵਿੱਚ ਇੱਕ ਦੇਸੀ ਆਦਮੀ ਈਵੋ ਮੋਰੇਲ ਦੇਸ਼ ਦਾ ਪ੍ਰਧਾਨ ਬਣ ਗਿਆ। ਜਾਣੋ ਦੇਸ਼ ਆਜ਼ਾਦ ਹੋ ਗਿਆ। ਉਸ ਦੇ ਚੋਣ ਪ੍ਰੋਗਰਾਮ ਵਿੱਚ ਦੇਸੀ ਲੋਕਾਂ ਨੂੰ ਉੱਚਾ ਚੁੱਕਣ ਅਤੇ ਵਿਦੇਸ਼ੀ ਜੂਲੇ ਨੂੰ ਉਤਾਰਨਾ ਸੀ। ਝੱਟ ਹੀ ਉਸਨੇ ਬੇਅੰਤ ਐਸੇ ਕਦਮ ਚੁੱਕੇ ਜੋ ਦੇਸ਼ ਲਈ ਸੱਚਮੁੱਚ ਹੀ ਪਹਿਲੀ ਵਾਰ ਲਾਭਦਾਇਕ ਸਾਬਤ ਹੋਏ ਸਨ। ਇਸ ਕਾਰਨ ਉਹ ਕੰਪਨੀਆਂ ਦੇ ਦੇਸ਼ ਅਮਰੀਕਾ ਦੀਆਂ ਅੱਖਾਂ ਵਿੱਚ ਰੜਕਦਾ ਰਹਿੰਦਾ ਹੈ। ਉਸ ਦੇ ਸ਼ਾਸਨ ਨੂੰ ਉਲਟਾਉਣ ਦੇ ਲਗਾਤਾਰ ਯਤਨ ਹੁੰਦੇ ਰਹਿੰਦੇ ਹਨ। ਜਦੋਂ ਈਵੋ ਮੋਰੇਲ ਨੇ ਕੋਪਨਹੈਗਨ ਵਿਖੇ ਤਕਰੀਰ ਸ਼ੁਰੂ ਕੀਤੀ ਤਾਂ ਉਸ ਸਮੇਂ ਪੱਛਮੀ ਦੇਸ਼ਾਂ ਦੇ ਕੁੱਲ ਨੁਮਾਇੰਦੇ ਉੱਠ ਕੇ ਬਾਹਰ ਚਲੇ ਗਏ। ਈਵੋ ਦੀ ਤਕਰੀਰ ਇੱਕ ਸੱਚ ਦਾ ਬਿਗਲ ਹੈ। ਉਸ ਦਾ ਕਹਿਣਾ ਹੈ ਕਿ ਸਰਮਾਏਦਾਰੀ ਤਰੱਕੀ ਦੇ ਨਾਲੋਂ ਧਰਤੀ ਮਾਂ ਦੇ ਹੱਕ ਉੱਤੇ ਉੱਪਰ ਹਨ। ਮੌਤ ਦੀ ਸੱਭਿਅਤਾ ਦੇ ਮੁਕਾਬਲੇ ਜ਼ਿੰਦਗੀ ਨੂੰ ਬਚਾਉਣਾ ਜ਼ਰੂਰੀ ਹੈ। ਬੋਲੀਵੀਆ ਦੇ ਪ੍ਰਧਾਨ ਈਵੋ ਮੋਰੇਲ ਦੀ ਤਕਰੀਰ ਵਿੱਚੋਂ 94 ਅੰਸ਼ ਇੰਜ ਸਨ। ਜਦੋਂ ਅਸੀਂ ਕਾਨਫਰੰਸ ਦੀ ਮੇਜ਼ਬਾਨ ਬਾਰੇ ਪੁੱਛਦੇ ਹਾਂ ਤਾਂ ਕਿਹਾ ਜਾਂਦਾ ਹੈ ਸੰਯੁਕਤ ਰਾਸ਼ਟਰ। ਜਦੋਂ ਅਸੀਂ ਸੰਯੁਕਤ ਰਾਸ਼ਟਰ ਨੂੰ ਪੁੱਛ ਪਾਉਂਦੇ ਹਾਂ ਤਾਂ ਉਹ ਕਹਿੰਦੇ ਹਨ ਡੈਨਮਾਰਕ, ਜਿਸ ਦੇਸ਼ ਵਿੱਚ ਮੀਟਿੰਗ ਹੋਈ। ਇਸ ਲਈ ਸਮਝ ਨਹੀਂ ਆਉਂਦੀ ਕਿ ਇਸ ਅੰਤਰਰਾਸ਼ਟਰੀ ਮੀਟਿੰਗ ਨੂੰ ਕਰਵਾ ਕੌਣ ਰਿਹਾ ਹੈ। ਮੈਨੂੰ ਅਚੰਭਾ ਹੈ ਕਿ ਮੌਸਮ ਬਦਲੀ ਦੇ ਨਤੀਜਿਆਂ ਬਾਰੇ ਹੀ ਗੱਲਾਂ ਹੋ ਰਹੀਆਂ ਹਨ, ਕਾਰਨਾਂ ਬਾਰੇ ਨਹੀਂ। ਜੇ ਅਸੀਂ ਇਹ ਨਹੀਂ ਜਾਣਾਂਗੇ ਕਿ ਤਬਾਹੀ ਆ ਕਿੱਧਰੋਂ ਰਹੀ ਹੈ ਤਾਂ ਇਸ ਸਮੱਸਿਆ ਦਾ ਹੱਲ ਕਿਵੇਂ ਹੋ ਸਕਦਾ ਹੈ। ਦੋ ਸੱਭਿਅਤਾਵਾਂ ਵਿਚਾਲੇ ਟਾਕਰਾ ਹੈ, ਇੱਕ ਮੌਤ ਦੀ ਅਤੇ ਦੂਜੀ ਜ਼ਿੰਦਗੀ ਦੀ। ਸਰਮਾਏਦਾਰੀ ਮੌਤ ਦੀ ਸੱਭਿਅਤਾ ਹੈ ਜੋ ਦੂਜਿਆਂ ਦੇਸੀ ਲੋਕਾਂ ਦੇ ਸਿਰ ਤੇ ਐਸ਼ ਕਰਦੀ ਹੈ। ਸਰਮਾਏਦਾਰੀ ਦੂਜਿਆਂ ਨੂੰ ਲੁੱਟਦੀ ਹੈ। ਕੁਦਰਤੀ ਵਸੀਲੇ ਉਜਾੜਨ ਲਈ ਧਰਤੀ ਮਾਂ ਉੱਤੇ ਧਾਵਾ ਬੋਲਦੀ ਹੈ। ਲੋਕਾਂ ਦੀਆਂ ਬੁਨਿਆਦੀ ਲੋੜਾਂ ਦਾ ਨਿੱਜੀਕਰਨ ਕਰਦੀ ਹੈ। ਅਸੀਂ ਅਜਿਹੀ ਅੰਤਰਰਾਸ਼ਟਰੀ ਮੀਟਿੰਗ ਵਿੱਚ ਸੱਚ ਬੋਲਣ ਲਈ ਕਿਉਂ ਹਿਚਕਚਾਉਂਦੇ ਹਾਂ? ਜਿੱਥੋਂ ਤਾਈਂ ਮੌਸਮੀ ਬਦਲ ਦਾ ਸਵਾਲ ਹੈ, ਦੋ ਵਿਰੋਧੀ ਸੱਭਿਅਤਾਵਾਂ ਵਿੱਚੋਂ ਇੱਕ ਦੀ ਚੋਣ ਕਰਨੀ ਪਵੇਗੀ। ਬਿਨਾਂ ਪਛਾਣੇ ਇਸ ਮਸਲੇ ਦਾ ਹੱਲ ਨਹੀਂ ਲੱਭਣਾ। ਸਪਸ਼ਟ ਹੈ ਕਿ ਬੇਅੰਤ ਇਆਸ਼ੀ ਅਤੇ ਵਰਤੋਂ ਸੁੱਟ ਵਾਲੇ ਸਮਾਜ ਨੂੰ ਤਬਾਹੀ ਵੱਲ ਲਿਜਾਂਦੇ ਹਨ। ਸਾਡੇ ਸਮਾਜ ਅੰਦਰ ਸੱਚਾਈ ਨੂੰ ਉੱਤਮ ਮੰਨਿਆ ਜਾਂਦਾ ਹੈ। ਇਹ ਚੀਜ਼ ਮੈਨੂੰ ਇੱਥੇ ਵਿਖਾਈ ਨਹੀਂ ਦਿੰਦੀ। ਮੇਰਾ ਸੰਵਿਧਾਨ ਕਹਿੰਦਾ ਹੈ ਚੋਰੀ ਨਾ ਕਰੋ, ਝੂਠ ਨਾ ਬੋਲੋ ਅਤੇ ਕਮਜ਼ੋਰ ਨਾ ਬਣੋ। ਇਨਸਾਨ ਧਰਤੀ ਤੋਂ ਬਿਨਾਂ ਜੀਵਤ ਨਹੀਂ ਰਹਿ ਸਕਦਾ। ਇਸ ਲਈ ਹਰ ਹਾਲਤ ਵਿੱਚ ਧਰਤੀ ਦੇ ਹੱਕਾਂ ਦੀ ਰਾਖੀ ਕਰਨੀ ਹੈ। ਧਰਤੀ ਮਾਂ ਪੂਜਣਯੋਗ ਹੈ। ਇਸ ਨੂੰ ਕਿਰਾਏ ਉੱਤੇ ਨਹੀਂ ਦਿੱਤਾ ਜਾ ਸਕਦਾ, ਨਾ ਵੇਚਿਆ ਜਾ ਸਕਦਾ।
ਧਰਤੀ ਮਾਂ ਦੀ ਇੱਜ਼ਤ ਸਭ ਤੋਂ ਉੱਪਰ ਹੈ। ਪੱਛਮੀ ਮਾਡਲ ਦੇ ਨਾਲ ਸਾਡੇ ਡੂੰਘੇ ਮਤਭੇਦ ਹਨ ਅਤੇ ਉਹਨਾਂ ਬਾਰੇ ਹੀ ਬਹਿਸ ਹੋ ਰਹੀ ਹੈ। ਮਹਾਂਦੀਪਾਂ ਵਿਚਕਾਰ ਆਮਦਨਾਂ ਦਾ ਬਹੁਤ ਭਾਰੀ ਖੱਪਾ ਹੈ। ਟੱਬਰਾਂ, ਦੇਸ਼ਾਂ ਅਤੇ ਮਹਾਂਦੀਪਾਂ ਵਿਚਕਾਰ ਕੋਈ ਸੰਤੁਲਨ ਹੋਣਾ ਚਾਹੀਦਾ ਹੈ। ਮੇਰੇ ਭੈਣ ਭਰਾ ਪੱਛਮ ਵਿੱਚ ਆਪਣੀ ਹਾਲਤ ਸੁਧਾਰਨ ਲਈ ਆਉਂਦੇ ਹਨ ਤਾਂ ਉਹਨਾਂ ਲਈ ਦੇਸ਼ ਨਿਕਾਲੇ ਦੇ ਕਾਗਜ਼ ਤਿਆਰ ਹੋ ਜਾਂਦੇ ਹਨ। ਕਈ ਚਿਰ ਪਹਿਲਾਂ ਜਦੋਂ ਯੂਰਪੀ ਲੋਕ ਸਾਡੇ ਦੇਸ਼ ਅੰਦਰ ਆਏ ਸਨ ਤਾਂ ਉਹਨਾਂ ਨੂੰ ਕਿਸੇ ਨੇ ਕੱਢਣ ਦੀ ਗੱਲ ਨਹੀਂ ਕੀਤੀ। ਅਮੀਰ ਦੇਸ਼ਾਂ ਨੂੰ ਮੌਸਮ ਤੋਂ ਮਾਰੇ ਲੋਕਾਂ ਨੂੰ ਆਪਣੇ ਦੇਸ਼ਾਂ ਅੰਦਰ ਆਉਣ ਦਾ ਸੱਦਾ ਦੇਣਾ ਚਾਹੀਦਾ ਹੈ। ਧੱਕੇ ਨਹੀਂ ਮਾਰਨੇ ਚਾਹੀਦੇ ਜਿਵੇਂ ਅੱਜ ਕੱਲ੍ਹ ਹੋ ਰਿਹਾ। ਪੂਰੀ ਲੋਕਾਈ ਨੂੰ ਬਚਾਉਣ ਦੀ ਗੱਲ ਹੋਣੀ ਚਾਹੀਦੀ ਹੈ, ਨਿਰੀ ਅੱਧੀ ਅਮੀਰੀ ਲੋਕਾਈ ਨੂੰ ਨਹੀਂ। ਮੰਨਦੇ ਹੋ ਕਿ ਸਰਮਾਏਦਾਰੀ ਬੇਅੰਤ ਉਜਾੜਾ ਕਰਦੀ ਹੈ। ਮੰਨਦੇ ਹੋ ਕਿ ਅਮੀਰ ਲੋਕਾਂ ਨੂੰ ਹਾਨੀਕਾਰਕ ਗੈਸਾਂ ਉਡਾਉਣ ਦੀ ਮਾਤਰਾ ਘੱਟ ਕਰਨੀ ਚਾਹੀਦੀ ਹੈ। ਸਭ ਤੋਂ ਉੱਪਰ ਮੰਨਦੇ ਹੋ ਕਿ ਜਿੰਨਾ ਵੀ ਅੱਜ ਕੱਲ੍ਹ ਜੰਗਾਂ ਦੇ ਉੱਪਰ ਰੁਪਇਆ ਖਰਚਿਆ ਜਾ ਰਿਹਾ ਹੈ ਉਸ ਤੋਂ ਵੀ ਵੱਡਾ ਇੱਕ ਬਜਟ ਹੋਣਾ ਚਾਹੀਦਾ ਹੈ ਜੋ ਮੌਸਮ ਬਦਲੀ ਦਾ ਸੰਕਟ ਹੱਲ ਕਰੇ। ਅਮਰੀਕੀ ਚੁੰਗਲ ਵਿੱਚੋਂ ਆਜ਼ਾਦ ਹੋਏ ਵੈਨਜ਼ੂਏਲਾ ਦੇ ਪ੍ਰਧਾਨ ਹਿਊਗੋ ਸ਼ਾਵੇਜ਼ ਨੇ 16 ਦਸੰਬਰ ਨੂੰ ਤਕਰੀਰ ਕੀਤੀ। ਇਸ ਵਿੱਚੋਂ ਕੁਝ ਅੰਸ਼ ਸਾਡੇ ਦਿਲਾਂ ਦੀ ਧੜਕਣ ਨਾਲ ਮੇਲ ਖਾਂਦੇ ਹਨ। ਸਾਡੀ ਮਰਜ਼ੀ ਤੋਂ ਬਿਨਾਂ ਬਣੇ ਕਿਸੇ ਵੀ ਮਸੌਦੇ ਨੂੰ ਅਸਾਂ ਆਪਣੇ ਉੱਤੇ ਠੋਸਣ ਨਹੀਂ ਦੇਣਾ। ਕੁਝ ਦੇਸ਼ ਆਪਣੇ ਆਪ ਨੂੰ ਦੱਖਣੀ ਅਤੇ ਤੀਜੀ ਦੁਨੀਆ ਨਾਲੋਂ ਬਹੁਤ ਉੱਪਰ ਸਮਝਦੇ ਹਨ। ਸਾਨੂੰ ਕੋਈ ਹੈਰਾਨੀ ਨਹੀਂ ਕਿ ਸਾਡੇ ਸਾਹਮਣੇ ਕੋਈ ਡੈਮੋਕ੍ਰੇਸੀ ਨਹੀਂ ਬਲਕਿ ਤਾਨਾਸ਼ਾਹੀ ਖੜੀ ਹੈ। ਓਬਾਮਾ ਨੂੰ ਨੋਬਲ ਪੁਰਸਕਾਰ ਮਿਲਿਆ। ਉਸੇ ਦਿਨ ਬੇਕਸੂਰ ਅਫਗਾਨੀਆਂ ਨੂੰ ਮਾਰਨ ਲਈ 30,000 ਫੌਜੀ ਭੇਜ ਦਿੱਤੇ ਗਏ। ਅਮੀਰ ਦੇਸ਼ ਇਸ ਧਰਤੀ ਨੂੰ ਤਬਾਹ ਕਰ ਰਹੇ ਹਨ ਕਿ ਇਸ ਨੂੰ ਮੁਕਾ ਕੇ ਉਹ ਕਿਸੇ ਹੋਰ ਪਲੈਨਟ ਧਰਤੀ ਤੇ ਚਲੇ ਜਾਣਗੇ। ਵਾਤਾਵਰਣ ਦਾ ਮਸਲਾ ਗੰਭੀਰ ਹੈ। 30 ਕਰੋੜ ਅਮਰੀਕੀ ਹਰ ਰੋਜ਼ 2 ਕਰੋੜ ਬੈਰਲ ਤੇਲ ਖਪਾਉਂਦੇ ਹਨ। ਚੀਨ ਦੀ ਆਬਾਦੀ ਅਮਰੀਕਾ ਨਾਲੋਂ 4-5 ਗੁਣਾ ਵੱਧ ਹੈ, ਪਰ ਉਹਨਾਂ ਦੀ ਤੇਲ ਦੀ ਖਪਤ 1/4 ਹੈ। ਦੋਹਾਂ ਦੇਸ਼ਾਂ ਕੋਲੋਂ ਇੱਕੋ ਜਿਹੀ ਮੰਗ ਕਿਵੇਂ ਕੀਤੀ ਜਾ ਸਕਦੀ ਹੈ? ਅਮੀਰ ਅਤੇ ਗਰੀਬ ਦੇਸ਼ਾਂ ਵਿਚਲਾ ਖੱਪਾ ਵੱਧਦਾ ਜਾ ਰਿਹਾ ਹੈ। ਚੋਟੀ ਕਾਨਫਰੰਸਾਂ ਦੇ ਇਕਰਾਰਾਂ ਉੱਤੇ ਅਮਲ ਨਹੀਂ ਕੀਤਾ ਜਾਂਦਾ। ਇਸ ਤਰ੍ਹਾਂ ਧਰਤੀ ਤਬਾਹੀ ਦੇ ਰਸਤੇ ਜਾ ਰਹੀ ਹੈ। ਦੁਨੀਆ ਦੇ ਉੱਪਰਲੇ 500 ਵਿਅਕਤੀਆਂ ਦੀ ਆਮਦਨ ਹੇਠਲੇ 50 ਕਰੋੜ ਲੋਕਾਂ ਦੀ ਆਮਦਨ ਤੋਂ ਵੱਧ ਹੈ। ਗਰੀਬ ਦੇਸ਼ਾਂ ਅੰਦਰ 1000 ਜੰਮਣ ਵਾਲਿਆਂ ਵਿੱਚੋਂ 47 ਬੱਚੇ ਰੱਬ ਨੂੰ ਪਿਆਰੇ ਹੋ ਜਾਂਦੇ ਹਨ, ਜਦਕਿ ਇਹ ਦਰ ਅਮੀਰ ਦੇਸ਼ਾਂ ਅੰਦਰ 1000 ਪਿੱਛੇ ਕੇਵਲ 5 ਹੈ। ਦੁਨੀਆ ਦੇ 2.6 ਬਿਲੀਅਨ ਲੋਕਾਂ ਲਈ ਸਿਹਤ ਸੇਵਾਵਾਂ ਦਾ ਕਾਲ ਹੈ। ਇਹ ਗਿਣਤੀ ਭਾਰਤ ਦੀ ਕੁੱਲ ਆਬਾਦੀ ਨਾਲੋਂ ਦੂਣੀ ਹੈ। ਜੀਨ ਰੂਸੋ ਦਾ ਕਹਿਣਾ ਹੈ, ਤਗੜੇ ਅਤੇ ਮਾੜੇ ਵਿਚਕਾਰ ਆਜ਼ਾਦੀ ਦਾ ਮਤਲਬ ਹੈ ਸਾਹ ਘੁਟਾਲਾ। ਇਸੇ ਲਈ ਸਾਮਰਾਜੀ ਆਜ਼ਾਦੀ ਹੀ ਆਜ਼ਾਦੀ ਮੰਗਦੇ ਹਨ ਤਾਂ ਜੋ ਉਹ ਮਾੜਿਆਂ ਉੱਤੇ ਧਾਵਾ ਬੋਲ ਸਕਣ, ਮਾਰਨ ਅਤੇ ਲੁੱਟਣ। ਇਹੀ ਉਹਨਾਂ ਦੀ ਆਜ਼ਾਦੀ ਹੈ। ਦੂਜਿਆਂ ਦੀ ਕੁਦਰਤੀ ਦੌਲਤ ਦੀ ਲੁੱਟ ਖਸੁੱਟ ਲਈ ਲੱਖਾਂ ਕਰੋੜਾਂ ਭੋਲੇ ਭਾਲੇ ਲੋਕਾਂ ਦੇ ਘੱਲੂ ਘਾਰੇ ਕਦੋਂ ਤੱਕ ਬਰਦਾਸ਼ਤ ਕੀਤੇ ਜਾ ਸਕਦੇ ਹਨ? ਇਹ ਧਰਤੀ ਅਰਬਾਂ ਸਾਲ ਇਨਸਾਨ ਤੋਂ ਬਿਨਾਂ ਜਿਉਂਦੀ ਆ ਰਹੀ ਹੈ। ਇਸ ਨੂੰ ਆਪਣੀ ਹੋਂਦ ਲਈ ਸਾਡੀ ਲੋੜ ਨਹੀਂ, ਪਰ ਅਸੀਂ ਧਰਤੀ ਤੋਂ ਬਿਨਾਂ ਨਹੀਂ ਜਿਉ ਸਕਦੇ। ਯਾਦ ਰਹੇ 1997 ਈਸਵੀ ਵਿੱਚ ਕਿਓਟੋ ਜਾਪਾਨ ਵਿੱਚ ਸੰਯੁਕਤ ਰਾਸ਼ਟਰੀ ਸੰਧੀ ਹੋਈ ਸੀ, ਜਿਸ ਵਿੱਚ 38-37 ਦੇਸ਼ਾਂ ਨੂੰ ਸਾਲ 2005 ਤੱਕ ਹਾਨੀਕਾਰਕ ਗੈਸਾਂ ਦੀ ਮਾਤਰਾ 8% ਘਟਾਉਣ ਲਈ ਕਿਹਾ ਗਿਆ ਸੀ। ਇਨ੍ਹਾਂ ਗ੍ਰੀਨ ਹਾਊਸ ਗੈਸਾਂ ਦਾ ਮੋਢੀ ਹੈ ਅਮਰੀਕਾ, ਜੋ ਕੁੱਲ ਦੁਨੀਆ ਅੰਦਰ ਗੈਸਾਂ ਦਾ 1/4 ਇਕੱਲਾ ਹੀ ਪੈਦਾ ਕਰਦਾ ਹੈ। ਦੁਨੀਆ ਅੰਦਰ ਇਸ ਦੀ ਆਬਾਦੀ ਕੇਵਲ 4% ਹੈ। ਅਮਰੀਕੀ ਸਾਬਕਾ ਪ੍ਰਧਾਨ ਬੁਸ਼ ਨੇ ਸੰਯੁਕਤ ਰਾਸ਼ਟਰ ਦਾ ਇਹ ਸਮਝੌਤਾ 2001 ਵਿੱਚ ਰੱਦ ਕਰਕੇ ਆਪਣੀ ਬਦਨੀਅਤ ਦਾ ਨਿਡਰ ਮੁਜ਼ਾਹਰਾ ਕਰ ਦਿੱਤਾ ਸੀ। ਮੌਸਮ ਦੇ ਅੰਦਰ ਆ ਰਹੀ ਜਾਂ ਨਾ ਆ ਰਹੀ ਤਬਦੀਲੀ ਬਾਰੇ ਵਿਸ਼ਵ ਦੇ ਸਾਇੰਸਦਾਨਾਂ ਅੰਦਰ ਗਹਿਰੇ ਮਤਭੇਦ ਹਨ। ਕਹਿਣ ਨੂੰ ਤਾਂ ਆ ਰਹੀ ਭੂਗੋਲਿਕ ਗਰਮੀ ਦਾ ਸ਼ੇਰ ਆਇਆ ਹੋ ਰਿਹਾ ਹੈ। ਉਧਰੋਂ ਪਿਛਲੇ 3 ਸਾਲਾਂ ਤੋਂ ਸਰਦੀ ਰੁੱਤੇ
ਕੁੱਲ ਉੱਤਰ ਵਿੱਚ ਕਹਿਰਾਂ ਦੀ ਠੰਡ ਪੈ ਰਹੀ ਹੈ। ਸਾਮਰਾਜੀ ਤਾਕਤਾਂ ਇਸ ਸਮੇਂ ਅਤਿਅੰਤ ਤੇਜ਼ੀ ਦੇ ਨਾਲ ਦੁਨੀਆ ਦੇ ਬੇਅੰਤ ਖੇਤਰਾਂ ਵਿੱਚ ਲੁੱਟ ਅਤੇ ਕਬਜ਼ਿਆਂ ਵਿੱਚ ਰੁੱਝੀਆਂ ਹੋਈਆਂ ਹਨ। ਉਹਨਾਂ ਨੂੰ ਜਾਪਦਾ ਕਿ ਉਹਨਾਂ ਦੀ ਸੰਭਵ ਸਦੀਵੀ ਚੜ੍ਹਤ ਦਾ ਇਤਿਹਾਸ ਵਿੱਚ ਇਹੀ ਪਲ ਹੈ ਜਿਸ ਨੂੰ ਉਹ ਕਿਸੇ ਵੀ ਮੁੱਲ ਤੇ ਖੁੰਝਾ ਨਹੀਂ ਸਕਦੀਆਂ। ਭੂਗੋਲਕ ਗਰਮੀ ਦੇ ਪ੍ਰਕੋਪ ਨੂੰ ਸ਼ੇਰ ਆਇਆ ਤੇ ਉਹਨਾਂ ਦਾ ਆਪਣਾ ਜੰਮਿਆ ਅਤੇ ਪਾਲਿਆ ਸਹਿਮਵਾਦ, ਹਊਆਵਾਦ ਅਤੇ ਹੋਰ ਕਈ ਭੂਗੋਲਕ ਭੁਲੇਖੇ ਸਮਝਦਾਰ ਲੋਕਾਂ ਨੂੰ ਉੱਲੂ ਬਣਾਉਣ ਅਤੇ ਉਲਝਾਈ ਰੱਖਣ ਲਈ ਸਫਲਤਾਪੂਰਵਕ ਵਰਤੇ ਜਾ ਰਹੇ ਹਨ ਕਿ ਉਹਨਾਂ ਦੇ ਫੈਲਾਏ ਹੋਏ ਮਾਇਆ ਜਾਲ ਨੂੰ ਸਮਝਣ ਅਤੇ ਵਿੱਚੋਂ ਬਚ ਨਿਕਲਣ ਦੀ ਹਿੰਮਤ ਸਾਡੇ ਵਿੱਚ ਹੈ। ਕਿਤਾਬ ਸੱਚ ਦੀ ਭਾਲ ਵਿੱਚ, ਭਾਗ 10ਵਾਂ, ਲੇਖਕ ਡਾਕਟਰ ਦਲਜੀਤ ਸਿੰਘ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।